ਬਹੁਤ ਹਾਈ ਵੀਜ਼ਾ ਸਕਸੈਸ ਰੇਟ ਕੈਨੇਡਾ ਦਾ ਵੀ ਤੇ ਬਹੁਤ ਸਾਰੇ ਕੰਟਰੀਜ਼ ਦਾ। ਖਾਸ ਤੌਰ ਤੇ ਕੈਨੇਡਾ ਗਵਰਨਮੈਂਟ ਤੇ ਕੈਨੇਡਾ ਐਮਬੈਸੀ ਨੇ ਆਪਣੀ ਇਕਨੋਮੀ ਨੂੰ ਬੂਸਟ ਕਰਨ ਲਈ ਬਹੁਤ ਜ਼ਿਆਦਾ ਸਕਸੈਸ ਰੇਟ ਦਿੱਤਾ ਹੈਗਾ ਵੀਜ਼ਾ ਦਾ। ਡਾਕਟਰ ਰਵੀ ਗਰਗ CEO ਪਾਇਓਨੀਅਰ ਇਮੀਗ੍ਰੇਸ਼ਨ ਤੇ CICC ਮੈਂਬਰ ਕੈਨੇਡਾ ਗਵਰਨਮੈਂਟ ਤੇ ਕੈਨੇਡਾ ਐਮਬੈਸੀ ਵੱਲੋਂ ਮਨਜ਼ੂਰਸ਼ੁਦਾ ਇਮੀਗ੍ਰੇਸ਼ਨ ਕੰਸਲਟੈਂਟ। ਨਮਸਕਾਰ। ਬਹੁਤ ਹਾਈ ਵੀਜ਼ਾ ਸਕਸੈਸ ਰੇਟ ਕੈਨੇਡਾ ਦਾ ਵੀ ਤੇ ਬਹੁਤ ਸਾਰੇ ਕੰਟਰੀਜ਼ ਦਾ। ਖਾਸ ਤੌਰ ਤੇ ਕੈਨੇਡਾ ਗਵਰਨਮੈਂਟ ਤੇ ਕੈਨੇਡਾ ਐਮਬੈਸੀ ਨੇ ਆਪਣੀ ਇਕਨੋਮੀ ਨੂੰ ਬੂਸਟ ਕਰਨ ਲਈ ਬਹੁਤ ਜ਼ਿਆਦਾ ਸਕਸੈਸ ਰੇਟ ਦਿੱਤਾ ਹੈਗਾ ਵੀਜ਼ਾ ਦਾ, ਭਾਵੇਂ ਵਿਜ਼ਟਰ ਵੀਜ਼ਾ, ਸਪਾਊਸ ਵੀਜ਼ਾ, ਸੁਪਰ ਵੀਜ਼ਾ ਜਾਂ ਸਟੱਡੀ ਵੀਜ਼ਾ। ਸੋ ਵੈਲਕਮ। ਪਹਿਲਾਂ ਆਪਾਂ ਕੁਝ ਇਹੋ ਜਿਹੇ ਕੇਸਿਸ ਡਿਸਕਸ ਕਰਾਂਗੇ ਜਿਨ੍ਹਾਂ ਦੇ ਰੀਸੈਂਟਲੀ ਕੰਪਲਿਕੇਟਡ ਜਿਹੜੇ ਕੇਸਿਸ ਜਿਨ੍ਹਾਂ ਦੇ ਵੀਜ਼ਾ ਆਏ ਨੇ। ਉਸ ਤੋਂ ਬਾਅਦ ਤੁਹਾਨੂੰ ਪਾਇਨੀਅਰ ਇਮੀਗ੍ਰੇਸ਼ਨ ਬਾਰੇ ਥੋੜਾ ਜਿਹਾ ਦੱਸਾਂਗੇ। ਗਗਨਜੋਤ ਕੌਰ, ਮੈਨੂੰ ਯਾਦ ਹੈ ਇਹਨਾਂ ਦੇ ਓਵਰਆਲ 6 ਤੇ 5.5 ਬੈਂਡਸ ਨੇ 2 ਮੋਡਿਊਲਸ ਦੇ ਵਿੱਚ। ਇਹਨਾਂ ਦਾ ਕੈਨਾਡੋਰ ਕਾਲਜ ਵਾਸਤੇ ਵੀਜ਼ਾ ਆਇਆ ਹੈਗਾ। +2 ਕਾਮਰਸ ਕੀਤੀ, 66% ਮਾਰਕਸ ਨੇ ਔਰ ਬਿਜ਼ਨਸ ਪ੍ਰੋਗਰਾਮ ਵਾਸਤੇ ਆਇਆ ਹੈਗਾ। ਔਰ ਮੈਨੂੰ ਯਾਦ ਹੈ ਕਿ ਡਰੇ ਹੋਏ ਸੀਗੇ ਕਿ ਐਮਬੈਸੀ ਪਹਿਲਾਂ 6 ਈਚ ਬੈਂਡ ਦੇ ਨਾਲ ਵੀਜ਼ਾ ਦਿੰਦੀ ਸੀਗੀ। SDS ਕੈਟਾਗਰੀ ਵਾਸਤੇ 6 ਈਚ ਜ਼ਰੂਰੀ ਸੀਗੇ ਔਰ 10 ਅਗਸਤ ਤੋਂ ਕੈਨੇਡਾ ਐਮਬੈਸੀ ਨੇ ਲੈਣੇ ਸ਼ੁਰੂ ਕੀਤੇ ਸੀ ਕੇਸਿਸ ਓਵਰਆਲ 6 ਭਾਵੇਂ ਮਿਨੀਮਮ ਕਿੰਨੇ ਵੀ ਹੋਣ। ਤੋਂ ਇਹਨਾਂ ਦੇ ਜਦੋਂ 2 ਮੋਡਿਊਲ ਦੇ ਵਿੱਚ 5.5 ਸੀ ਤੇ ਡਰੇ ਹੋਏ ਸੀ ਕਿ ਐਮਬੈਸੀ ਵੀਜ਼ਾ ਦੇਗੀ ਕਿ ਨਹੀਂ। ਲੇਕਿਨ ਜਦੋਂ ਪਾਲਿਸੀ ਡਿਕਲੇਅਰ ਕਰ ਦਿੱਤੀ ਐਮਬੈਸੀ ਨੇ ਤੇ ਮੈਨੂੰ ਬੜਾ ਯਕੀਨ ਸੀਗਾ ਔਰ ਇਹਨਾਂ ਦਾ ਬੜੀ ਮਿਹਨਤ ਦੇ ਨਾਲ ਧਿਆਨ ਦੇ ਨਾਲ ਅਸੀਂ ਜਦੋਂ ਕੇਸ ਲਾਇਆ ਤੇ CICC ਮੈਂਬਰ ਹੋਣ ਦੇ ਨਾਤੇ ਕੈਨੇਡਾ ਐਮਬੈਸੀ ਦੀ ਵੈਬਸਾਈਟ ਤੇ ਨਾਮ, ਕੈਨੇਡਾ ਐਮਬੈਸੀ ਦੀ ਵੈਬਸਾਈਟ cic.gc.ca ਤੇ ਮੇਰਾ ਨਾਮ ਰਵੀ ਗਰਗ ਦੇਖਿਆ ਜਾ ਸਕਦਾ ਹੈ। ਸੋ ਮੇਰੀ ਟੀਮ ਮੇਰੀ ਜਿਹੜੀ ਕਿ ਗਾਈਡੈਂਸ ਦੇ ਨਾਲ ਬੜੀ ਓਨੈਸਟਲੀ ਐਥੀਕਲੀ ਕੰਮ ਕਰਦੀ ਹੈ। ਸੋ ਉਹ ਜਿਹੜਾ ਬਹੁਤ ਮੁਬਾਰਕ ਗਗਨਜੋਤ ਕੌਰ ਨੂੰ ਜਿਨ੍ਹਾਂ ਦਾ ਓਵਰਆਲ 6 ਸੀਗਾ ਲੇਕਿਨ 5.5 2 ਮੋਡਿਊਲ ਦੇ ਵਿੱਚ ਸੀਗੇ। ਦੂਜਾ ਕੇਸ ਡਿਸਕਸ ਕਰਾਂਗੇ ਤਰਨਵੀਰ ਸਿੰਘ ਜਿਨ੍ਹਾਂ ਦਾ ਜਾਂ ਆਇਆ ਹੈਗਾ 12th ਨਾਨ ਮੈਡੀਕਲ ਕੀਤੀ ਸੀਗੀ 2021 ਦੇ ਵਿੱਚ 62% ਮਾਰਕਸ ਸੀਗੇ ਔਰ ਪੁਆਇੰਟ ਟੂ ਬੀ ਨੋਟਡ ਕਿ ਕੈਮਿਸਟਰੀ ਦੇ ਵਿੱਚ ਠੀਕ ਸੀਗੇ, ਫਿਜ਼ਿਕਸ ਦੇ ਵਿੱਚ ਠੀਕ ਸੀਗੇ ਲੇਕਿਨ ਮੈਥਮੈਟਿਕਸ ਦੇ ਵਿੱਚ 34 ਮਾਰਕਸ ਸੀਗੇ ਆਊਟ ਆਫ 80, 50% ਨਹੀਂ ਸੀਗੇ ਔਰ 52 ਆਊਟ ਆਫ 100 ਮਤਲਬ ਕਿ ਲੋ ਮਾਰਕਸ ਸੀਗੇ ਔਰ ਓਵਰਆਲ 6 ਤੇ 5.5 ਸੀਗੇ ਇੱਕ ਮੋਡਿਊਲ ਦੇ ਵਿੱਚ। ਅਗੇਨ ਕਿ ਇੱਕ ਤਾਂ ਇਹ ਡਰੇ ਹੋਏ ਸੀ 5.5 ਇੱਕ ਮੋਡਿਊਲ ਦੇ ਵਿੱਚ ਹੋਣ ਕਰਕੇ, ਦੂਸਰਾ ਇਹਨਾਂ ਦੇ ਮਾਰਕਸ ਲੋ ਸੀ ਮੈਥਮੈਟਿਕਸ ਦੇ ਵਿੱਚ, ਤੀਸਰਾ ਇੱਕ ਆਸਟ੍ਰੇਲੀਆ ਤੋਂ ਸਟੱਡੀ ਵੀਜ਼ਾ ਰਿਫਿਊਜ਼ ਹੋ ਚੁੱਕਿਆ ਸੀਗਾ ਔਰ 2 ਵਾਰ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕਿਆ ਸੀਗਾ। ਤੇ ਇਹ ਜਿਹੜਾ ਕੰਪਲਿਕੇਟਡ ਕੇਸ ਸੀਗਾ ਇਸ ਨੂੰ ਦੇਖੋ ਇੱਕ ਖਾਸ ਗੱਲ ਹੈ ਐਕਸਪਰਟਿਜ਼ ਦੀ, ਸਮਝਦਾਰੀ ਦੀ, ਐਕਸਪੀਰੀਅੰਸ ਦੀ ਜਿਹੜਾ ਮੈਟਰ ਕਰਦਾ ਹੈਗਾ ਕਿ ਆਮ ਤੌਰ ਤੇ ਕੰਸਲਟੈਂਟਸ ਗ੍ਰੇਡ 12 ਨਾਨ ਮੈਡੀਕਲ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ ਕੀਤਾ ਸੀਗਾ। ਇਹਨਾਂ ਨੂੰ ਇੰਜੀਨੀਅਰਿੰਗ ਨਾਲ ਰਿਲੇਟਡ ਟੈਕਨੀਸ਼ੀਅਨ ਜਾਂ ਟੈਕਨੋਲੋਜੀ ਕਹਿੰਦੇ ਉਹਨੂੰ, ਉਹਨਾਂ ਦੇ ਪ੍ਰੋਗਰਾਮਸ ਦਿੰਦੇ ਨੇ ਲੇਕਿਨ ਕਿਉਂਕਿ ਉਸ ਦੇ ਵਿੱਚ ਮੈਥਮੈਟਿਕਸ ਦੀ ਰਿਕੁਆਇਰਮੈਂਟ ਹੈ। ਅਗਰ ਕਿਸੇ ਵੀ ਕਾਲਜ ਦੀ ਵੈਬਸਾਈਟ ਤੇ ਜਾਈਏ ਔਰ ਇਹ ਟੈਕਨੀਸ਼ੀਅਨ ਵਾਲੇ ਪ੍ਰੋਗਰਾਮਸ ਦੀ ਐਡਮਿਸ਼ਨ ਰਿਕੁਆਇਰਮੈਂਟਸ ਨੂੰ ਚੈੱਕ ਕਰੀਏ ਤੇ ਆਪਾਂ ਦੇਖ ਸਕਦੇ ਹਾਂ ਕਿ ਉਹ ਲਿਖਿਆ ਹੁੰਦਾ ਹੈ ਕਿ ਇਹਨਾਂ ਦੀ ਐਡਮਿਸ਼ਨ ਰਿਕੁਆਇਰਮੈਂਟਸ ਇੰਗਲਿਸ਼ ਤੇ ਮੈਥਮੈਟਿਕਸ ਦੇ ਨੰਬਰ ਚੰਗੇ ਹੋਣੇ ਚਾਹੀਦੇ ਨੇ ਤੇ ਇਹ ਜਿਹੜਾ ਦੇਖੇ ਜਾਣਗੇ। ਸੋ ਮੈਥਮੈਟਿਕਸ ਵਿੱਚ ਕਿਉਂਕਿ <50% ਮਾਰਕਸ ਨੇ 34 ਆਊਟ ਆਫ 80 ਤੇ ਅਗਰ ਆਪਾਂ ਟੈਕਨੀਸ਼ੀਅਨ ਦੇ ਪ੍ਰੋਗਰਾਮ ਦਵਾਂਗੇ ਤੇ ਇਹਨਾਂ ਦਾ ਰਿਫਿਊਜ਼ ਹੋਣ ਦੇ ਚਾਂਸ ਹੋਣਗੇ। ਇਹਨਾਂ ਨੂੰ ਅਸੀਂ ਟੂਰਿਜ਼ਮ ਦਾ ਪ੍ਰੋਗਰਾਮ ਦੇ ਟੂਰਿਜ਼ਮ ਦੇ ਪ੍ਰੋਗਰਾਮ ਦੇ ਵਿੱਚ ਇੰਗਲਿਸ਼ ਦੀ ਰਿਕੁਆਇਰਮੈਂਟ ਹੈ। ਜਦੋਂ ਟੂਰਿਜ਼ਮ ਦੇ ਪ੍ਰੋਗਰਾਮ ਦੀ ਅਸੀਂ ਐਡਮਿਸ਼ਨ ਰਿਕੁਆਇਰਮੈਂਟ ਚੈੱਕ ਕਰਾਂਗੇ ਤਾਂ ਉੱਥੇ ਲਿਖਿਆ ਹੁੰਦਾ ਹੈ ਇੰਗਲਿਸ਼ ਰਿਕੁਆਇਰਡ, ਮੈਥਮੈਟਿਕਸ ਨਹੀਂ ਲਿਖਿਆ। ਸੋ ਇੰਗਲਿਸ਼ ਦੇ ਵਿੱਚ ਮਾਰਕਸ ਇਹਨਾਂ ਦੇ ਚੰਗੇ ਸੀਗੇ ਸੋ ਇਹਨਾਂ ਦਾ 3 ਰਿਫਿਊਜ਼ਲਸ ਹੋਣ ਦੇ ਬਾਵਜੂਦ 5.5 ਇੱਕ ਮੋਡਿਊਲ ਵਿੱਚ ਹੋਣ ਦੇ ਬਾਵਜੂਦ ਔਰ ਮੈਥਮੈਟਿਕਸ ਦੇ ਵਿੱਚ ਲੋ ਮਾਰਕਸ ਦੇ ਬਾਵਜੂਦ ਵੀਜ਼ਾ ਆਇਆ। ਬਹੁਤ ਤਰਨਵੀਰ ਸਿੰਘ ਨੂੰ ਮੁਬਾਰਕਾਂ ਔਰ ਸਾਡੇ ਜਿਹਨੂੰ ਕਹਿੰਦੇ ਆ ਮੋਢਿਆਂ ਤੇ ਸਟਾਰ ਹੈਗੇ ਨੇ ਇਹ ਇਹੋ ਜਿਹੇ ਹਜ਼ਾਰਾਂ ਲੋਕਾਂ ਦੇ ਜਿਹੜੇ ਕੰਪਲਿਕੇਟਡ ਔਰ ਰਿਫਿਊਜ਼ਡ 6 ਵਾਰ 7 ਵਾਰ ਰਿਫਿਊਜ਼ਡ ਕੇਸਿਸ ਦੇ ਵੀਜ਼ੇ ਲਵਾਏ ਔਰ ਇਹੋ ਜਿਹੇ ਸਾਰੇ ਜਿਨ੍ਹਾਂ ਦੇ ਵੀਜ਼ੇ ਲਵਾਏ ਇਹ ਆਪਾਂ ਪਾਇਓਨੀਅਰ ਇਮੀਗ੍ਰੇਸ਼ਨ ਦੇ ਫੇਸਬੁੱਕ, ਇੰਸਟਾਗ੍ਰਾਮ, YouTube ਚੈਨਲ ਜਿਹੜੇ ਨੇ ਸੋਸ਼ਲ ਮੀਡੀਆ ਤੇ ਦੇਖ ਸਕਦੇ ਆ। ਹਜ਼ਾਰਾਂ ਸਟੂਡੈਂਟਸ ਜਾਂ ਵਿਜ਼ਿਟਰ ਵੀਜ਼ਾ ਜਿਨ੍ਹਾਂ ਦੇ 4-4, 6-6 ਵਾਰ ਰਿਫਿਊਜ਼ਡ ਸੀਗੇ, ਇਹੋ ਜਿਹੇ ਸਾਰੇ ਲੋਕ ਜਿਨ੍ਹਾਂ ਦੇ ਰਿਫਿਊਜ਼ਡ ਕੇਸਿਸ ਦੇ ਵੀਜ਼ੇ ਆਏ ਉਹ ਆਪਣੀ 1 ਮਿੰਟ ਦੀ ਵੀਡੀਓ ਬਣਾ ਕੇ ਪਾਉਂਦੇ ਨੇ ਔਰ ਤੁਸੀਂ ਫੇਸਬੁੱਕ, ਇੰਸਟਾਗ੍ਰਾਮ ਤੇ ਦੇਖ ਸਕਦੇ ਹੋ। ਵੈਲਕਮ। ਮੈਂ ਵੀ ਆਪਣੇ ਜਿਹੜੇ ਲਾਈਵ ਸੈਸ਼ਨ, ਟੀਵੀ ਇੰਟਰਵਿਊਜ਼ ਔਰ ਇਸ ਤਰ੍ਹਾਂ ਦੇ ਵੀਡੀਓਜ਼ ਦੇ ਜਰੀਏ ਆਪਣੇ ਐਕਸਪੀਰੀਐਂਸਿਸ ਔਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਰਹਿੰਦਾ ਹੈਗਾ। ਵੈਲਕਮ ਤੇ ਜੁੜਨ ਲਈ ਬਹੁਤ ਧੰਨਵਾਦ। ਇੱਕ ਹੋਰ ਕੇਸ ਡਿਸਕਸ ਕਰਾਂਗੇ ਖੁਸ਼ਦੀਪ ਕੌਰ ਜਿਨ੍ਹਾਂ ਦਾ 53% ਮਾਰਕਸ ਸੀਗੇ ਔਰ ਤੁਸੀਂ ਦੇਖੋ 12th ਮੈਡੀਕਲ 53%, ਫਿਜ਼ਿਕਸ ਦੇ ਵਿੱਚ 100 ਵਿੱਚੋਂ 45, ਕੈਮਿਸਟਰੀ ਵਿੱਚ 100 ਵਿੱਚੋਂ 46 ਔਰ ਬਾਇਓਲੋਜੀ ਵਿੱਚ ਵੀ 100 ਵਿੱਚੋਂ 45 ਦਾ ਮਤਲਬ ਤਿੰਨਾਂ ਸਬਜੈਕਟਸ ਦੇ ਵਿੱਚ <50% ਮਾਰਕ। ਕੋਈ ਟਾਈਮ ਹੁੰਦਾ ਸੀ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਸਕਸੈਸ ਰੇਟ ਹੁੰਦੇ ਨੇ ਤੇ ਕਿਸੇ ਟਾਈਮ ਤੇ
ਇਹੋ ਜਿਹਾ ਟਾਈਮ ਸੀ ਜਦੋਂ ਲੋ ਸੈਕਸੈਸ ਰੇਟ ਸੀਗਾ 50 60 70% ਤੇ ਇਹੋ ਜਿਹੇ ਕੇਸਿਸ ਦੇ ਵੀਜ਼ੇ ਨਹੀਂ ਆਉਂਦੇ ਸੀਗੇ। ਲੇਕਿਨ ਜਿਸ ਤਰ੍ਹਾਂ ਮੈਂ ਦੱਸਿਆ ਇਸ ਵਕਤ ਬਹੁਤ ਹਾਈ ਸਕਸੈਸ ਰੇਟ ਹੈਗਾ। 6.5 ਬੈਂਡ ਸੀਗੇ, ਨਾਟ ਲੈਸ ਦੈਨ 6 ਬੈਂਡਸ ਫੈਂਸਾ ਕਾਲਜ ਦੇ ਵਿੱਚ अर्ਲੀ ਚਾਈਲਡਹੁੱਡ ਐਜੂਕੇਸ਼ਨ। ਅਗੇਨ ਪੁਆਇੰਟ ਟੂ ਬੀ ਨੋਟਡ ਜਿਹੜਾ ਹੈ, ਧਿਆਨ ਦੇਣ ਵਾਲੀ ਗੱਲ ਹੈਗੀ ਹੈ ਕਿ ਅਗਰ ਕੋਈ ਇਹੋ ਜਿਹਾ ਪ੍ਰੋਗਰਾਮ ਇਸ ਬੱਚੇ ਨੂੰ ਦਿੱਤਾ ਜਾਂਦਾ ਜਿਸ ਦੇ ਵਿੱਚ ਫਿਜ਼ਿਕਸ, ਕੈਮਿਸਟਰੀ ਜਾਂ ਬਾਇਓਲੋਜੀ ਜਿਨ੍ਹਾਂ ਸਬਜੈਕਟਸ ਵਿੱਚ ਬਹੁਤ ਘੱਟ ਨੰਬਰ ਨੇ, ਇਹਨਾਂ ਦੇ 50 ਨਾਲੋਂ ਵੀ ਘੱਟ ਪਰਸੈਂਟ ਨੰਬਰ ਨੇ, ਉਹਨਾਂ ਜਿਹੜੇ ਕੋਰਸਿਸ ਵਾਸਤੇ ਅਗਰ ਇਹੋ ਜਿਹੇ ਕੋਰਸ ਦਿੱਤੇ ਜਾਂਦੇ ਜਿਨ੍ਹਾਂ ਵਿੱਚ ਰਿਕੁਆਇਰਮੈਂਟ ਹੁੰਦੀ ਤੇ ਇਹਨਾਂ ਦਾ ਰਿਫਿਊਜ਼ ਹੋਣ ਦਾ ਚਾਂਸ ਹੁੰਦਾ। ਲੇਕਿਨ अर्ਲੀ ਚਾਈਲਡਹੁੱਡ ਐਜੂਕੇਸ਼ਨ ਜਿਸ ਦੀ ਰਿਕੁਆਇਰਮੈਂਟ ਸਿਰਫ ਇੰਗਲਿਸ਼, ਕਿਸੇ ਕਾਲਜ ਦੀ ਵੈਬਸਾਈਟ ਤੇ ਜਾਵਾਂਗੇ, ਇਸ ਪ੍ਰੋਗਰਾਮ ਦੀ ਐਡਮਿਸ਼ਨ ਰਿਕੁਆਇਰਮੈਂਟ ਨੂੰ ਚੈੱਕ ਕਰਾਂਗੇ ਵੈਬਸਾਈਟ ਤੇ ਸਿਰਫ ਇੰਗਲਿਸ਼ ਲਿਖਿਆ ਹੋਇਆ ਚਾਹੀਦੀ ਹੈਗੀ ਹੈ। तो ਇਹ ਅਗੇਨ ਖੁਸ਼ਦੀਪ ਕੌਰ ਨੂੰ ਬਹੁਤ ਬਹੁਤ ਵਧਾਈ। ਔਰ ਅਗੇਨ ਕਿ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਪਾਇਨੀਅਰ ਇਮੀਗ੍ਰੇਸ਼ਨ ਦੀ ਗੱਲ ਕਰੀਏ 2003 ਤੋਂ ਓਨੈਸਟ, ਐਥੀਕਲ, ਪ੍ਰੋਫੈਸ਼ਨਲ ਸਰਵਿਸਿਜ਼, ਬਹੁਤ ਸਾਰੇ ਲੋਕ ਮੈਨੂੰ ਮਿਲਦੇ ਨੇ ਜਿਹੜੇ ਕਿ ਨਿਰਾਸ਼ ਹੁੰਦੇ ਨੇ ਔਰ ਬਹੁਤ ਸਾਰੇ ਕੰਸਲਟੈਂਟਸ ਨੂੰ ਮਿਲ ਕੇ ਆਏ ਹੁੰਦੇ ਨੇ। ਅਲੱਗ-ਅਲੱਗ ਕੰਸਲਟੈਂਟਸ ਅਲੱਗ-ਅਲੱਗ ਤਰ੍ਹਾਂ ਦੀ ਇਨਫੋਰਮੇਸ਼ਨ ਦਿੰਦੇ ਨੇ ਔਰ ਇਹ ਬੜੇ ਮਿਸਗਾਈਡਡ ਔਰ ਬੜੇ ਕਨਫਿਊਜ਼ਡ ਹੁੰਦੇ ਨੇ ਕਿ ਕਿਹਨੂੰ ਚੁਣੀਏ, ਕਿਹੜੇ ਕੰਸਲਟੈਂਟ ਨੂੰ ਚੁਣੀਏ ਔਰ ਅੱਗੇ ਕੀ ਕੀਤਾ ਜਾਵੇ, ਕਿਉਂਕਿ ਇਨਫੋਰਮੇਸ਼ਨ ਅਲੱਗ-ਅਲੱਗ ਜਿਹੜੇ ਕੰਸਲਟੈਂਟ ਨੇ ਅਲੱਗ-ਅਲੱਗ ਦੱਸਦੇ ਨੇ। ਕੋਈ ਕੁਝ ਕਹਿੰਦਾ ਹੈ ਕਿ ਫੰਡਸ ਜ਼ਿਆਦਾ ਚਾਹੀਦੇ ਨੇ, ਕੋਈ ਕਹਿੰਦੇ ਨੇ ਜੀ ਫੰਡਸ ਪੁਰਾਣੇ ਚਾਹੀਦੇ ਨੇ। ਮੰਨ ਲਓ ਕੈਨੇਡਾ ਵਾਸਤੇ ਫੰਡਸ ਪੁਰਾਣੇ ਚਾਹੀਦੇ ਹੀ ਨਹੀਂ, ਸਿਰਫ 1 ਸਾਲ ਦੀ ਫੀਸ ਪੇ ਕਰਨੀ, GIC ਦੇ $10,000 ਕੈਨੇਡੀਅਨ ਡਾਲਰ ਪੇ ਕਰਨੇ। ਲੇਕਿਨ ਅਗਰ ਕੋਈ ਕਵੇ 6 ਮਹੀਨੇ ਪੁਰਾਣੇ ਚਾਹੀਦੇ ਹੈ ਤੇ ਕਨਫਿਊਜ਼ ਹੋਣਾ ਜਾਇਜ਼ ਹੈਗਾ। ਸੋ ਇਹੋ ਜਿਹੇ ਜਿਹੜੇ ਕੋਈ ਵੀ ਇਸ ਤਰ੍ਹਾਂ ਚਾਹੁੰਦੇ ਨੇ ਜਿਹੜੇ ਓਨੈਸਟ, ਐਥੀਕਲ, ਪ੍ਰੋਫੈਸ਼ਨਲ ਔਰ ਐਕਸਪਰਟ ਕੰਸਲਟੈਂਟਸ ਦੀ ਭਾਲ ਦੇ ਵਿੱਚ ਨੇ ਤੇ ਪਾਇਓਨੀਅਰ ਇਮੀਗ੍ਰੇਸ਼ਨ ਇੱਕ ਰਾਈਟ ਜਿਹੜੀ ਹੈ ਜਗ੍ਹਾ ਹੈਗੀ ਤੁਹਾਡੇ ਵਾਸਤੇ ਦੋ। ਔਰ ਅਗਰ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਲਗਵਾਉਣਾ ਕੈਨੇਡਾ ਦਾ ਜਾਂ ਆਸਟ੍ਰੇਲੀਆ, UK, USA, ਨਿਊਜ਼ੀਲੈਂਡ ਦਾ, ਤੇ ਪਾਇਓਨੀਅਰ ਇਮੀਗ੍ਰੇਸ਼ਨ ਦੇ ਨੇੜੇ ਦੇ ਆਫਿਸ ਦੇ ਵਿੱਚ ਸਾਡੇ ਐਕਸਪਰਟ ਸਟਾਫ ਨੂੰ ਮਿਲ ਕੇ ਆਪਣਾ ਕੇਸ ਡਿਸਕਸ ਕਰੋ, ਜਾਂ ਤੁਸੀਂ ਘਰੇ ਬੈਠੇ ਹੀ ਵਰਚੁਅਲ ਮੀਟਿੰਗ ਵੀ ਕਰ ਸਕਦੇ ਹੋ ਔਰ ਆਪਣਾ ਕੇਸ ਡਿਸਕਸ ਕਰਕੇ ਪਾਇਓਨੀਅਰ ਇਮੀਗ੍ਰੇਸ਼ਨ ਦੀ ਟੀਮ ਤੋਂ ਗਾਈਡੈਂਸ ਲੈ ਸਕਦੇ ਹੋ, ਜਿਹੜੀ ਕਿ ਮੇਰੀ ਡਾਇਰੈਕਟ ਗਾਈਡੈਂਸ ਦੇ ਵਿੱਚ ਟ੍ਰੇਨਿੰਗ ਦੇ ਨਾਲ ਔਰ ਮੇਰੀ ਐਕਸਪਰਟੀਜ਼ ਦੀ ਜਿਹੜੀ ਨੌਲੇਜ ਦੇ ਨਾਲ ਤੁਹਾਨੂੰ ਗਾਈਡ ਕਰਦੇ ਨੇ। ਅਗਰ ਲੋੜ ਪਵੇ ਤਾਂ ਮੇਰੇ ਨਾਲ ਵੀ ਵਰਚੁਅਲ ਮੀਟਿੰਗ ਹੋ ਸਕਦੀ ਹੈ ਔਰ ਮੈਂ ਵੀ ਡਾਇਰੈਕਟ ਤੁਸੀਂ ਮੇਰੇ ਨਾਲ ਮਿਲਣ ਵਾਸਤੇ ਵੀ ਅਪਾਇੰਟਮੈਂਟ ਲੈ ਸਕਦੇ ਹੋ। ਪਾਇਓਨੀਅਰ ਇਮੀਗ੍ਰੇਸ਼ਨ ਦੇ ਬਹੁਤ ਸਾਰੇ ਆਫਿਸਿਸ ਨੇ ਇੰਡੀਆ ਦੇ ਵਿੱਚ, ਇੱਕ ਆਫਿਸ ਨੇਪਾਲ ਦੇ ਵਿੱਚ ਔਰ 2 ਆਫਿਸਿਸ ਕੈਨੇਡਾ ਦੇ ਵਿੱਚ ਨੇ ਤੇ ਐਕਸਪਰਟ ਸਰਵਿਸਿਜ਼ ਹਾਇਰ ਕਰਨ ਵਾਸਤੇ ਵੈਲਕਮ। ਸਤਿ ਸ਼੍ਰੀ ਅਕਾਲ।